ਅੱਜ ਰਵੀ ਨੂੰ ਆਉਣ ਵਿੱਚ ਕਾਫੀ ਦੇਰ ਹੋ ਗਈ ਸੀ। ਰਾਤ ਦੇ 8 ਵਜ ਗਏ ਸਨ, ਜਦ ਕਿ ਉਹ 6 ਵਜੇ ਘਰ ਆ ਜਾਂਦੇ ਸਨ। ਥੋੜੀ ਦੇਰ ਬਾਅਦ ਦਰਵਾਜ਼ੇ ਤੇ ਕੋਈ ਆਇਆ। ਦਰਵਾਜ਼ਾ ਖੋਲ੍ਹਿਆ ਤਾਂ ਰਵੀ ਬਿਨਾਂ ਨਮਸਤੇ ਬੁਲਾਏ ਤੇ ਬਿਨਾਂ ਮੇਰਾ ਹਾਲ ਚਾਲ ਪੁੱਛੇ ਹੀ ਘਰ ਦੇ ਅੰਦਰ ਆ ਗਏ। ਉਹਨਾਂ ਦੇ ਤੇਵਰ ਬਹੁਤ ਗਰਮ ਦਿਖ ਰਹੇ ਸਨ। ਮੈਂ ਸਮਝ ਗਈ ਕਿ ਕੁਝ ਅਜਿਹੀ ਗੱਲ ਜ਼ਰੂਰ ਹੋਈ ਹੈ ਜਿਸ ਦੀ ਵਜ੍ਹਾ ਨਾਲ ਉਹ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ। ਉਹ ਘਰ ਦੇ ਅੰਦਰ ਆਉਂਦੇ ਹੀ ਸਿੱਧੇ ਮੇਰੀ ਬੇਟੀ ਰੀਨਾ ਦੇ ਕਮਰੇ 'ਚ ਚਲੇ ਗਏ ਤੇ ਰੀਨਾ ਨੂੰ ਕਮਰੇ ਅੰਦਰ ਨਾ ਪਾ ਕੇ ਉਹ ਹੋਰ ਗੁੱਸੇ 'ਚ ਆ ਗਏ। ਉਹ ਮੇਰੇ ਤੇ ਬਹੁਤ ਜ਼ੋਰ ਨਾਲ ਚੀਕਣ ਲੱਗੇ ਕਿ ਰੀਨਾ ਇਸ ਸਮੇਂ ਰਾਤ ਨੂੰ ਕਿੱਥੇ ਗਈ ਹੈ। ਮੈਂ ਪੁੱਛਿਆ ਕਿ ਰਵੀ ਕੀ ਹੋ ਗਿਆ, ਇੱਥੇ ਕਿਤੇ ਕਮਰੇ ਵਿੱਚ ਜਾਂ ਛੱਤ ਤੇ ਹੋਏਗੀ, ਤੁਸੀਂ ਇਸ ਤਰ੍ਹਾਂ ਕਿਉਂ ਚੀਕ ਰਹੇ ਹੋ। ਫਿਰ ਉਹ ਛੱਤ ਉੱਤੇ ਤੇ ਗਲੀ ਵਿੱਚ ਵੀ ਚਾਰੇ ਪਾਸੇ ਰੀਨਾ ਨੂੰ ਪਾਗਲਾਂ ਦੀ ਤਰ੍ਹਾਂ ਲੱਭਣ ਲੱਗੀ। ਰੀਨਾ ਬਾਥਰੂਮ ਵਿੱਚ ਸੀ। ਇੰਨੇ 'ਚ ਰੀਨਾ ਬਾਥਰੂਮ ਤੋਂ ਬਾਹਰ ਆਈ। ਰੀਨਾ ਨੂੰ ਦੇਖਦੇ ਹੀ ਰਵੀ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ। ਰੀਨਾ ਦਾ ਹੱਥ ਫੜ ਕੇ ਉਸ ਨੂੰ ਦੂਜੇ ਕਮਰੇ ਵਿੱਚ, ਜੋ ਕਿ ਘਰ ਦੇ ਬਹੁਤ ਅੰਦਰ ਦੀ ਸਾਈਡ ਬਣਿਆ ਸੀ, ਰੀਨਾ ਰੋਂਦੇ ਹੋਏ ਰਵੀ ਤੋਂ ਆਪਣਾ ਹੱਥ ਛੁਡਾਉਣ ਲੱਗੀ। ਪਰ ਰਵੀ ਬਹੁਤ ਗੁੱਸੇ ਵਿੱਚ ਸੀ। ਉਸਨੇ ਆਪਣੀ ਕੁੜੀ ਨੂੰ ਬਹੁਤ ਹੀ ਬੇਰਹਿਮੀ ਨਾਲ ਕਮਰੇ 'ਚ ਸੁੱਟਿਆ ਤੇ ਕਮਰੇ ਨੂੰ ਬਾਹਰ ਤੋਂ ਜਿੰਦਾ ਲਾ ਦਿੱਤਾ। ਰੀਨਾ ਦੀਆਂ ਚੀਕਾਂ ਬਾਹਰ ਪੜੋਸੀਆਂ ਤੱਕ ਸੁਣਾਈ ਦੇ ਰਹੀ ਸੀ। ਮੈਨੂੰ ਬਹੁਤ ਸ਼ਰਮ ਆ ਰਹੀ ਸੀ ਕਿ ਆਖਰ ਰਵੀ ਅਜਿਹਾ ਕਿਉਂ ਕਰ ਰਿਹਾ ਹੈ। ਮੈਂ ਰਵੀ ਨੂੰ ਗੁੱਸੇ ਵਿੱਚ ਪੁੱਛਣ ਲੱਗੀ ਕਿ ਤੁਸੀਂ ਆਪਣੀ ਜਵਾਨ ਕੁੜੀ ਨਾਲ ਅਜਿਹਾ ਕਿਉਂ ਕਰ ਰਹੇ ਹੋ, ਉਸ ਨੂੰ ਕਮਰੇ ਵਿੱਚ ਕਿਉਂ ਬੰਦ ਕੀਤਾ ਹੈ। ਤੂੰ ਚੁੱਪ ਰਹਿ, ਜਿਸ ਗੱਲ ਦੀ ਸਮਝ ਨਾ ਹੋਏ ਉਸ ਬਾਰੇ ਨਹੀਂ ਬੋਲਦੇ। ਰਵੀ ਹੁਣੇ ਵੀ ਬਹੁਤ ਗੁੱਸੇ ਵਿੱਚ ਸੀ। ਖਬਰਦਾਰ, ਜੇ ਮੇਰੀ ਇਜਾਜ਼ਤ ਦੇ ਬਗੈਰ ਤੂੰ ਉਸ ਨੂੰ ਅੱਗੇ ਤੋਂ ਘਰ ਤੋਂ ਬਾਹਰ ਨਿਕਲਣ ਦਿੱਤਾ ਤਾਂ ਹੁਣ ਇਹ ਰੀਨਾ ਇਸੇ ਕਮਰੇ ਵਿੱਚ ਕੈਦ ਰਹੇਗੀ, ਨਾ ਬਾਹਰ ਜਾਵੇਗੀ ਤੇ ਨਾ ਹੀ ਕੋਈ ਉਸ ਨੂੰ ਮਿਲੇਗਾ। ਰਵੀ ਦੇ ਤੇਵਰ ਦੇਖ ਕੇ ਮੈਂ ਬਹੁਤ ਡਰ ਗਈ ਸੀ। ਮੈਨੂੰ ਤਾਂ ਸ਼ੱਕ ਹੋ ਰਿਹਾ ਸੀ ਕਿ ਰੀਨਾ ਰਵੀ ਦੀ ਸਕੀ ਬੇਟੀ ਹੈ ਵੀ ਜਾਂ ਨਹੀਂ। ਅਸਲ ਵਿੱਚ ਮੈਂ ਰੀਨਾ ਦੀ ਸੋਤੀਲੀ ਮਾਂ ਹਾਂ ਤੇ ਉਸਦੇ ਪਾਪਾ ਰਵੀ ਨੇ ਮੇਰੇ ਨਾਲ ਦੂਜਾ ਵਿਆਹ ਕੀਤਾ ਸੀ। ਰੀਨਾ ਦੀ ਮਾਂ ਮਰ ਚੁੱਕੀ ਸੀ। ਜਦੋਂ ਵੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਰੋਇਆ ਕਰਦੀ ਸੀ, ਮੈਂ ਇਸ ਨੂੰ ਬਹੁਤ ਪਿਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਲੱਖ ਕੋਸ਼ਿਸ਼ ਦੇ ਬਾਅਦ ਵੀ ਉਹ ਮੇਰੇ ਨਾਲ ਘੁਲ ਮਿਲ ਨਹੀਂ ਸਕੀ। ਪਰ ਉਹ ਸੀ ਤਾਂ ਮੇਰੀ ਸੋਤਣ ਦੀ ਬੇਟੀ, ਉਸ ਨਾਲ ਮੇਰਾ ਕੀ ਮੁਕਾਬਲਾ। ਉਸ ਨੂੰ ਕਮਰੇ ਵਿੱਚ ਬੰਦ ਦੇਖ ਕੇ ਮੇਰਾ ਦਮ ਘੁੱਟਦਾ। ਮੈਂ ਰਵੀ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਬਸ ਉਸ ਨੂੰ ਕਮਰੇ ਤੋਂ ਬਾਹਰ ਕੱਢ ਦਿਓ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਉਸ ਦਿਨ ਰੀਨਾ ਆਪਣੇ ਕਮਰੇ ਵਿੱਚ ਚੀਕ ਰਹੀ ਸੀ। ਮੈਂ ਉਸ ਨੂੰ ਖਾਣਾ ਦੇਣ ਗਈ ਤਾਂ ਉਸਨੇ ਮੇਰੇ ਪੈਰ ਫੜ ਲਏ। ਮੰਮੀ ਜੀ, ਰੱਬ ਦੇ ਵਾਸਤੇ ਮੈਨੂੰ ਇੱਥੋਂ ਕੱਢ ਦਿਓ। ਪਾਪਾ ਨੂੰ ਪੁੱਛੋ ਕਿ ਆਖਰ ਮੇਰਾ ਕਸੂਰ ਕੀ ਹੈ। ਮੇਰੀ ਗਲਤੀ ਤਾਂ ਦੱਸੇ, ਮੈਂ ਕੀਤਾ ਕੀ ਹੈ ਕਿ ਪਾਪਾ ਨੇ ਮੈਨੂੰ ਇਸ ਕਮਰੇ ਵਿੱਚ ਬੰਦ ਕਰ ਦਿੱਤਾ। ਕੀ ਮੈਂ ਆਪਣੀਆਂ ਸਹੇਲੀਆਂ ਨੂੰ ਵੀ ਨਹੀਂ ਮਿਲ ਸਕਦੀ। ਉਹ ਮੇਰੇ ਪੈਰਾਂ ਵਿੱਚ ਡਿੱਗ ਕੇ ਰੋ ਰਹੀ ਸੀ। ਮੈਨੂੰ ਉਸ ਤੇ ਤਰਸ ਆ ਗਿਆ। ਬਿਨ ਮਾਂ ਦੀ ਔਲਾਦ ਵੀ ਜਮਾਨੇ ਦੇ ਹੱਥੋਂ ਕਿੰਨੀ ਰਸਵਾ ਹੁੰਦੀ ਹੈ। ਮੈਂ ਤੇਰੇ ਲਈ ਕੀ ਕਰ ਸਕਦੀ ਹਾਂ। ਪੁੱਤ, ਤੂੰ ਤਾਂ ਜਾਣਦੀ ਹੀ ਹੈ ਕਿ ਰਵੀ ਦਾ ਗੁੱਸਾ ਕਿੰਨਾ ਭੈੜਾ ਹੈ। ਉਹ ਮੈਨੂੰ ਵੀ ਨਹੀਂ ਛੱਡੇਗਾ ਜੇ ਮੈਂ ਤੈਨੂੰ ਇੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ। ਕਮਰੇ ਵਿੱਚ ਬੰਦ ਰੀਨਾ ਨਾਲ ਗੱਲਾਂ ਕਰ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ। ਮੈਂ ਫੋਨ ਵੱਲ ਭੱਜੀ। ਦਰਵਾਜ਼ਾ ਖੁੱਲ੍ਹਾ ਹੀ ਰਹਿ ਗਿਆ। ਰੀਨਾ ਸ਼ਾਇਦ ਕਮਰੇ ਤੋਂ ਬਾਹਰ ਨਿਕਲ ਗਈ ਹੋਵੇਗੀ। ਮੈਂ ਫੋਨ ਤੇ ਗੱਲ ਕਰਨ ਲੱਗੀ। ਮੇਰੀ ਨਨਾਣ ਦਾ ਫੋਨ ਸੀ। ਕਹਿਣ ਲੱਗੀ, ਅਸੀਂ ਆਪਣੇ ਪੁੱਤ ਕਿਸ਼ਨ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ। ਕੁੜੀ ਵਾਲਿਆਂ ਨੂੰ ਜਲਦੀ ਹੈ। ਅਗਲੇ ਹੀ ਮਹੀਨੇ ਅਸੀਂ ਵਿਆਹ ਕਰ ਰਹੇ ਹਾਂ। ਤੁਸੀਂ ਸਭ ਨੇ ਜ਼ਰੂਰ ਆਉਣਾ ਹੈ। ਨਨਾਣ ਵੱਲੋਂ ਵਿਆਹ ਦੀ ਖੁਸ਼ਖਬਰੀ ਸੁਣ ਕੇ ਮੈਂ ਸੋਚਣ ਲੱਗੀ ਕਿ ਰੀਨਾ ਨੂੰ ਵੀ ਆਪਣੇ ਨਾਲ ਵਿਆਹ ਤੇ ਲੈ ਕੇ ਜਾਵਾਂਗੀ, ਕਿਉਂਕਿ ਉਸਦੇ ਪਾਪਾ ਦੇ ਇੰਨੇ ਕਰੀਬੀ ਘਰ 'ਚ ਵਿਆਹ ਹੈ। ਉਹ ਵੀ ਜਾਣ ਤੋਂ ਨਹੀਂ ਰੋਕਣਗੇ। ਉਦੋਂ ਹੀ ਮੇਰੀ ਨਜ਼ਰ ਰੀਨਾ ਦੇ ਕਮਰੇ ਵੱਲ ਗਈ। ਦੇਖਿਆ ਤਾਂ ਰੀਨਾ ਕਮਰੇ ਵਿੱਚ ਨਹੀਂ ਸੀ। ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਿਆ। ਮੈਂ ਭੱਜਦੀ ਹੋਈ ਉਸ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਉਹ ਥੱਲੇ ਫਰਸ਼ ਤੇ ਮੁੱਦੇ ਮੂੰਹ ਪਈ ਰੋ ਰਹੀ ਸੀ, ਜਦਕਿ ਉਸਦੇ ਹੱਥ ਵਿੱਚ ਕਾਗਜ਼ ਦਾ ਟੁਕੜਾ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਉਠਾਇਆ, ਪਰ ਰੀਨਾ ਆਪਣੇ ਕਮਰੇ ਵਿੱਚੋਂ ਨਿਕਲਣ ਲਈ ਤਿਆਰ ਹੀ ਨਹੀਂ ਹੋਈ। ਮੈਂ ਫਿਰ ਤੋਂ ਜਿੰਦਾ ਲਾ ਦਿੱਤਾ। ਰਾਤ ਨੂੰ ਜਦੋਂ ਰਵੀ ਘਰ ਆਇਆ ਤਾਂ ਰੀਨਾ ਦਾ ਹਾਲ ਚਾਲ ਪੁੱਛਿਆ ਤਾਂ ਮੈਂ ਦੱਸ ਦਿੱਤਾ ਕਿ ਉਸ ਦਾ ਦਮ ਘੁੱਟ ਰਿਹਾ ਸੀ। ਤਾਂ ਮੈਂ ਉਸ ਨੂੰ ਉਸਦੇ ਕਮਰੇ ਵਿੱਚ ਬੰਦ ਕਰ ਦਿੱਤਾ। ਰਵੀ ਬੋਲੇ,
ਉਹ ਉੱਥੋਂ ਨਿਕਲ ਨਾ ਜਾਵੇ। ਬਾਹਰ ਦੀ ਖਿੜਕੀ ਨਾ ਵੀ ਲੌਕ ਕਰ ਦਿਓ। ਮੈਂ ਇਸ ਮਾਮਲੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾ ਕਿ ਮੇਰੀ ਧੀ ਬਾਰੇ ਕੋਈ ਗੱਲ ਕਰੇ। ਚੰਗਾ ਹੋਵੇਗਾ ਤੂੰ ਇਸ ਨੂੰ ਸੰਭਾਲ ਲੈ, ਨਹੀਂ ਤਾਂ ਮੇਰੇ ਕੋਲੋਂ ਕਿਸੇ ਤਰ੍ਹਾਂ ਦੀ ਉਮੀਦ ਨਾ ਰੱਖਣਾ। ਆਪਣੇ ਪਤੀ ਦੀ ਗੱਲ ਵੀ ਮੰਨਣੀ ਸੀ ਤੇ ਆਪਣੀ ਧੀ ਨੂੰ ਵੀ ਜ਼ੁਲਮ ਤੋਂ ਬਚਾਉਣਾ ਸੀ। ਮੈਂ ਹਾਂ ਭਰ ਲਈ, ਪਰ ਅਗਲੇ ਹਫ਼ਤੇ ਹੀ ਮੇਰੀ ਨਨਾਣ ਦੇ ਬੇਟੇ ਕਿਸ਼ਨ ਦਾ ਵਿਆਹ ਸੀ। ਮੈਂ ਆਪਣੇ ਪਤੀ ਨਾਲ ਗੱਲ ਕੀਤੀ ਕਿ ਜੇ ਅਸੀਂ ਰੀਨਾ ਨੂੰ ਵੀ ਵਿਆਹ ਵਿੱਚ ਨਹੀਂ ਲੈ ਗਏ ਤਾਂ ਉਹ ਲੋਕ ਸਾਡੇ ਕੋਲੋਂ ਪਤਾ ਨਹੀਂ ਕਿੰਨੇ ਸਵਾਲ ਕਰਨਗੇ। ਖਾਮ-ਖਾਂ ਬਦਨਾਮੀ ਸਾਡੀ ਹੀ ਹੋਵੇਗੀ। ਇਸ ਤੋਂ ਚੰਗਾ ਤਾਂ ਤੁਸੀਂ ਰੀਨਾ ਨੂੰ ਵਿਆਹ ਤੇ ਜਾਣ ਦਿਓ। ਜੇ ਉਸ ਨੂੰ ਰੋਕਿਆ ਤਾਂ ਇਲਜ਼ਾਮ ਸਾਡੇ ਸਿਰ ਹੀ ਆਵੇਗਾ। ਉਹ ਬੋਲੇ, ਬਿਲਕੁਲ ਸਹੀ ਗੱਲ ਹੈ, ਤੂੰ ਠੀਕ ਕਹਿ ਰਹੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਰੀਨਾ ਕਿਤੇ ਜਾਣ ਨਾ ਪਾਵੇ, ਤੇ ਜੇ ਅਜਿਹਾ ਹੋਇਆ ਤਾਂ ਮੈਂ ਤੈਨੂੰ ਛੱਡਾਂਗਾ ਨਹੀਂ। ਰਵੀ ਦੇ ਤੇਵਰ ਹਾਲੇ ਵੀ ਗਰਮ ਸਨ, ਪਰ ਉਹਨਾਂ ਨੇ ਮੈਨੂੰ ਵੀ ਦੱਸਿਆ ਨਹੀਂ ਕਿ ਆਖਰਕਾਰ ਰੀਨਾ ਬੇਟੀ ਦਾ ਕਸੂਰ ਕੀ ਸੀ, ਜਿਸ ਕਰਕੇ ਉਹਨਾਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਰੱਖਿਆ ਸੀ। ਖੈਰ, ਮੈਂ ਤੇ ਰੀਨਾ ਬੜੀ ਬੇਸਬਰੀ ਨਾਲ ਅਗਲੇ ਹਫ਼ਤੇ ਦਾ ਇੰਤਜ਼ਾਰ ਕਰ ਰਹੇ ਸੀ। ਅਗਲਾ ਹਫ਼ਤਾ ਕਿਹੜਾ ਦੂਰ ਸੀ ਤੇ ਅਸੀਂ ਵੀਰਵਾਰ ਨੂੰ ਵਿਆਹ ਤੇ ਜਾਣਾ ਸੀ। ਕਿਸ਼ਨ ਦੇ ਘਰ ਬਹੁਤ ਚਹਿਲ ਪਹਿਲ ਸੀ। ਰਵੀ ਦੀ ਇਜਾਜ਼ਤ ਤੋਂ ਮੈਂ ਰੀਨਾ ਨੂੰ ਵੀ ਲੈ ਗਈ। ਰੀਨਾ ਨੇ ਦੱਸਿਆ ਕਿ ਉਹ ਆਪਣੀਆਂ ਸਹੇਲੀਆਂ ਤੋਂ ਮਿਲਣਾ ਚਾਹੁੰਦੀ ਹੈ। ਮੈਂ ਆਪਣੀ ਨਿਗਰਾਨੀ ਵਿੱਚ ਉਸ ਨੂੰ ਉਸ ਦੀਆਂ ਸਹੇਲੀਆਂ ਤੋਂ ਮਿਲਵਾਇਆ, ਪਰ ਉਹ ਬੜੀ ਹੀ ਬੇਸਬਰੀ ਨਾਲ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਆਪਣੀ ਨਜ਼ਰ ਇੱਧਰ-ਉੱਧਰ ਘੁਮਾ ਰਹੀ ਸੀ। ਉਸ ਦਾ ਅੰਦਾਜ਼ ਦੱਸ ਰਿਹਾ ਸੀ ਕਿ ਉਹ ਕਿਸੇ ਨੂੰ ਕੁਝ ਦੱਸਣਾ ਚਾਹੁੰਦੀ ਸੀ, ਪਰ ਮੇਰੀ ਮੌਜੂਦਗੀ ਵਿੱਚ ਅਜਿਹਾ ਨਹੀਂ ਕਰ ਸਕਦੀ ਸੀ। ਆਖਰਕਾਰ 2 ਦਿਨ ਬੜੇ ਆਰਾਮ ਨਾਲ ਗੁਜ਼ਰ ਗਏ। ਤੀਜੇ ਦਿਨ ਬਰਾਤ ਵਿੱਚ ਕੁੜੀ ਵਾਲਿਆਂ ਦੇ ਘਰ ਜਾਣਾ ਸੀ। ਤਕਰੀਬਨ ਸ਼ਾਮ ਦੇ 7 ਵੱਜ ਰਹੇ ਸਨ। ਸਾਰੇ ਲੋਕ ਬਰਾਤ ਲਈ ਨਿਕਲ ਰਹੇ ਸਨ। ਅਸੀਂ ਵੀ ਗੱਡੀਆਂ ਵਿੱਚ ਬੈਠ ਰਹੇ ਸੀ ਕਿ ਰੀਨਾ ਚੁਪਕੇ ਜਿਹੇ ਸਾਰਿਆਂ ਦੀਆਂ ਨਜ਼ਰਾਂ ਤੋਂ ਛੁਪਦੇ ਹੋਏ ਭੀੜ ਤੋਂ ਬਾਹਰ ਨਿਕਲ ਗਈ। ਅਜੇ ਵਿੱਚ ਮੈਂ ਰੀਨਾ ਨੂੰ ਬੁਲਾਉਂਦੀ ਜਾਂ ਫਿਰ ਉਸ ਦੇ ਪਿੱਛੇ ਜਾਂਦੀ ਤਾਂ ਜਾਂ ਉਸ ਨੂੰ ਮਨਾ ਕਰਦੀ ਤਾਂ ਉਹ ਉਲਟਾ ਮੇਰੇ ਤੇ ਹੀ ਵਿਗੜ ਜਾਂਦੀ ਤੇ ਮੇਰੇ ਲਈ ਹੀ ਮੁਸ਼ਕਲ ਪੈਦਾ ਹੋ ਜਾਂਦੀ। ਤਾਂ ਮੈਂ ਵੀ ਚੁਪਕੇ ਜਿਹੇ ਭੀੜ ਤੋਂ ਨਿਕਲ ਆਈ ਤੇ ਮੇਰੀ ਨਜ਼ਰ ਆਪਣੀ ਬੇਟੀ ਰੀਨਾ ਤੇ ਪਈ। ਉਹ ਸੜਕ ਦੇ ਉਸ ਪਾਰ ਚਲੀ ਗਈ ਸੀ। ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਉਹ ਕਿਸ ਨੂੰ ਮਿਲਣ ਜਾ ਰਹੀ ਸੀ, ਪਰ ਮੈਨੂੰ ਸਮਝ ਆ ਰਿਹਾ ਸੀ ਕਿ ਇਹ ਪਿਆਰ ਮੁਹੱਬਤ ਦਾ ਮਾਮਲਾ ਨਹੀਂ ਸੀ, ਕਿਉਂਕਿ ਜਿਸ ਹਿਸਾਬ ਨਾਲ ਉਹ ਪਰੇਸ਼ਾਨ ਹੁੰਦੀ ਸੀ ਤਾਂ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਿਸੇ ਤੋਂ ਬਹੁਤ ਡਰੀ ਹੋਈ ਹੈ ਜਾਂ ਮੈਥੋਂ ਕੋਈ ਗੱਲ ਛੁਪਾ ਰਹੀ ਸੀ। ਖੈਰ, ਮੈਂ ਰੀਨਾ ਦੇ ਪਿੱਛੇ ਚਲੀ ਗਈ। ਉਸਨੇ ਸੜਕ ਪਾਰ ਕੀਤੀ ਤੇ ਸੱਜੇ ਖੱਬੇ ਦੇਖ ਕੇ ਅੱਗੇ ਵਧ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਆਖਰ ਰੀਨਾ ਚਾਹੁੰਦੀ ਕੀ ਹੈ। ਥੋੜਾ ਅੱਗੇ ਚੱਲ ਕੇ ਇੱਕ ਫੋਨ ਬੂਥ ਤੇ ਚਲੀ ਗਈ। ਕਿਸੇ ਨੂੰ ਫੋਨ ਕੀਤਾ ਤੇ ਫਿਰ ਫੋਨ ਬੂਥ ਤੋਂ ਬਾਹਰ ਰੁਕ ਕੇ ਇੰਤਜ਼ਾਰ ਕਰਨ ਲੱਗੀ। ਤਕਰੀਬਨ ਥੋੜੀ ਹੀ ਦੇਰ ਵਿੱਚ, ਯਾਨੀ ਕਿ 5 ਮਿੰਟ ਹੀ ਹੋਏ ਸਨ ਕਿ ਇੱਕ ਵੱਡੀ ਜਿਹੀ ਕਾਲੇ ਰੰਗ ਦੀ ਗੱਡੀ ਰੀਨਾ ਦੇ ਸਾਹਮਣੇ ਆ ਕੇ ਰੁਕੀ। ਰੀਨਾ ਬੜੀ ਸ਼ਾਨ ਨਾਲ ਉਸ ਗੱਡੀ ਵਿੱਚ ਬੈਠ ਗਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਦੇਰ ਕਰ ਦਿੱਤੀ। ਮੈਂ ਗੱਡੀ ਦੇ ਪਿੱਛੇ ਭੱਜਦੇ ਹੋਏ ਬਹੁਤ ਆਵਾਜ਼ਾਂ ਮਾਰੀਆਂ, ਪਰ ਉਸਨੇ ਕੋਈ ਧਿਆਨ ਨਹੀਂ ਦਿੱਤਾ। ਮੈਨੂੰ ਹੁਣ ਬਹੁਤ ਦੁੱਖ ਤੇ ਤਕਲੀਫ ਦਾ ਸਾਹਮਣਾ ਕਰਨਾ ਪਵੇਗਾ। ਇੱਕ ਤਾਂ ਮੈਨੂੰ ਰਵੀ ਦਾ ਗੁੱਸਾ ਝੇਲਣਾ ਪਵੇਗਾ, ਤੇ ਜੇ ਰੀਨਾ ਰਾਤ ਦੇ ਇਸ ਪਹਿਰ ਵਿੱਚ ਕਿਤੇ ਗੁੰਮ ਹੋ ਗਈ ਤਾਂ ਕੀ ਹੋਵੇਗਾ। ਇਤਫਾਕ ਨਾਲ ਉਸੇ ਸਮੇਂ ਉੱਥੋਂ ਇੱਕ ਟੈਕਸੀ ਜਾ ਰਹੀ ਸੀ। ਮੈਂ ਟੈਕਸੀ ਨੂੰ ਰੋਕ ਲਿਆ ਤੇ ਟੈਕਸੀ ਵਾਲੇ ਨੂੰ ਉਸ ਗੱਡੀ ਦਾ ਪਿੱਛਾ ਕਰਨ ਲਈ ਕਿਹਾ। ਟੈਕਸੀ ਵਾਲੇ ਨੇ ਅਜਿਹਾ ਹੀ ਕੀਤਾ। ਸਾਹਮਣੇ ਵਾਲੀ ਗੱਡੀ ਚੱਲਦੀ ਜਾ ਰਹੀ ਸੀ ਤੇ ਚਲਦੇ ਚਲਦੇ ਗੱਡੀ ਉਸ ਇਲਾਕੇ ਵਿੱਚ ਆ ਗਈ ਜਿੱਥੇ ਸ਼ਰੀਫ ਲੋਕ ਨਹੀਂ ਜਾਂਦੇ ਸਨ। ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਬੇਟੀ, ਯਾਨੀ ਕਿ ਰਵੀ ਦੀ ਬੇਟੀ, ਅਜਿਹਾ ਕੰਮ ਵੀ ਕਰ ਸਕਦੀ ਸੀ ਕਿ ਰਾਤ ਦੇ ਇਸ ਸਮੇਂ ਉਸ ਜਗ੍ਹਾ ਤੇ ਆਵੇ ਜਿੱਥੇ ਕੋਈ ਵੀ ਸ਼ਰੀਫ ਆਦਮੀ ਜਾਣਾ ਪਸੰਦ ਨਹੀਂ ਕਰਦਾ ਸੀ। ਸ਼ਰੀਫ ਲੋਕ ਤਾਂ ਉੱਥੋਂ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ ਸਨ, ਪਰ ਮੈਂ ਮਜਬੂਰ ਸੀ ਕਿਉਂਕਿ ਮੇਰੀ ਬੇਟੀ ਉੱਥੇ ਜਾ ਰਹੀ ਸੀ। ਟੈਕਸੀ ਵਾਲਾ ਵੀ ਸਮਝ ਗਿਆ ਕਿ ਇਹ ਕਿਹੜਾ ਇਲਾਕਾ ਹੈ। ਆਸ-ਪਾਸ ਆਉਂਦੀ ਗਾਣੇ ਦੀਆਂ ਆਵਾਜ਼ਾਂ ਤੇ ਸ਼ਰਾਬ ਦੀ ਗੰਧ, ਦਰਵਾਜ਼ੇ ਤੇ ਖਿੜਕੀਆਂ ਤੇ ਹਸੀਨਾਵਾਂ ਦੀ ਮਹਿਫਿਲ ਲੱਗੀ ਹੋਈ ਸੀ। ਅਯਾਸ ਖਾਨੇ ਦਾ ਸ਼ਹਿਰ ਸੀ। ਇਹ ਸਭ ਨਜ਼ਾਰੇ ਦੇਖ ਕੇ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਲਾਕਾ ਕਿਹੜਾ ਹੈ। ਟੈਕਸੀ ਵਾਲਾ ਕੁਝ ਕਹਿਣਾ ਚਾਹੁੰਦਾ ਸੀ। ਗੱਡੀ ਅੱਗੇ ਵੱਧਦੀ ਜਾ ਰਹੀ ਸੀ।
फिर गड्डी एक खूबसूरत बंगले दे सामने जाके रुक गई। बहुत ही आलीशान घर सी। उसदे अगे 2 सिक्योरिटी गार्ड भी खड़े सन ते उस घर दे सामने दा माहौल बहुत ही अजीब सी। मैं टैक्सी ड्राइवर नूं कहा कि मैनू थोड़ा जिहा अगे ला दो। कहण लग्या, दीदी ये मोहल्ला तुहाडे लई बिल्कुल भी ठीक नहीं है, तुसी शरीफ घर दी औरत लगदे हो। मैं तां तुहानू यही कहांगा कि तुसी उत्थे ना जाओ, तुहानू मुश्किल हो सकदी है। मैं जानदा हां कि तुसी उस कुड़ी दे पिछे पिछे इत्थे आए हो जां फिर उस आदमी लई, पर जदों ਉਹ इत्थों बाहर आउणगे तां तुसी उन्हां नाल गल कर लेना, अंदर जाना ठीक नहीं होएगा। ड्राइवर दी गल सही सी तां मैं बाहर ही रुक गई ते रीना दा इंतजार करन लगी। पर उस बंगले दे सामने खड़े उन्हां गार्ड्स ने सानू देख लिया सी ते साडी गड्डी कोल आके सानू उत्थों जाण लई कहण लगे। तां ड्राइवर ने गार्ड तो बचण लई उसने किसे मशहूर लीला बाई दा नां लिया ते कहा कि मैं उन्हां दा इंतजार कर रहा हां। तां गार्ड दी नज़र मेरे ते पई, पर उन्हां ने मैनू कुछ नहीं कहा। पर आखिरकार असीं उत्थे किन्नी क देर रह सकदे सी। 1 घंटा गुजर गया पर हाले तक भी रीना बाहर नहीं आई सी। तां मेरे हत्थ पैर फुल्लण लगे। मैं ड्राइवर नूं कहा कि मैनू अंदर जाके पता करना होवेगा कि मेरी बेटी रीना कित्थे गई। ड्राइवर ने कहा, ये लोग बहुत गर्म दिमाग वाले हैं, एक बार जो अंदर चला जाता है उसदे लई बाहर दे रस्ते बंद हो जाते हैं। चंगा यही होवेगा कि तुसी घर चले जाओ। ड्राइवर दी सलाह ते मैं उत्थों घर वापस आ गई, पर मेरी दुनिया लुट्टी गई सी। समझ नहीं आ रहा सी कि मैं रवि नूं की कहांगी कि रीना कित्थे गई है। फिर मैं अपनी एक सहेली आरती नूं रीना बारे सब कुछ दस दिता। मेरी सहेली आरती मैनू तसल्ली दिंदे होए बोली कि अजे मामले विच कुड़ियां मुंडियां ते भरोसा कर लैंदियां हन जो उन्हां नूं उस ठिकाने तक ले जांदे हन ते फिर उन्हां दियां जिंदगियां बर्बाद कर दिंदे हन। मेरे ख्याल च रीना नाल भी अजिहा ही होया है। पर चंगी गल यह है कि तू उस कोठे दा पता जाणदी है, तां हुण असीं उस नूं उत्थों वापस लिया सकदे हां ते पुलिस दी मदद नाल कार्रवाई भी करा सकदे हां। पर मैं जानदी सी कि रीना किसे नाल प्यार नहीं करदी। ਉਹ ਮੈਨੂੰ ਜ਼ਰੂਰ ਦੱਸਦੀ ਜੇ ਉਸ ਨੂੰ ਕਿਸੇ ਮੁੰਡੇ ਨਾਲ ਵਿਆਹ ਕਰਨਾ ਹੁੰਦਾ। ਪਰ ਹਾਂ, ਬਾਪ ਬੇਟੀ ਵਿਚਾਲੇ ਕੁਝ ਅਜਿਹਾ ਜ਼ਰੂਰ ਸੀ ਜਿਸ ਤੇ ਉਹ ਗੱਲ ਨਹੀਂ ਕਰਦੇ ਸਨ। ਰੀਨਾ ਵੀ ਚੁੱਪ ਹੋ ਜਾਂਦੀ ਸੀ ਤੇ ਮੇਰੇ ਆਉਣ ਤੇ ਰਵੀ ਵੀ ਬਿਲਕੁਲ ਚੁੱਪ ਹੋ ਜਾਂਦਾ। ਰਵੀ ਨੂੰ ਬਰਾਤ ਵਿੱਚ ਬਹੁਤ ਦੇਰ ਹੋ ਗਈ ਸੀ। ਰਾਤ ਦੇ 10 ਵੱਜ ਚੁੱਕੇ ਸਨ। ਬਰਾਤ ਵਾਪਸ ਆਈ ਤਾਂ ਲਾੜਾ ਤੇ ਲਾੜੀ ਮਿਲ ਕੇ ਬਾਕੀ ਰਹਿੰਦੀਆਂ ਰਸਮਾਂ ਪੂਰੀਆਂ ਕਰਨ ਲੱਗੇ। ਮੈਂ ਤੇ ਰਵੀ सानू हुण घर चलना चाहिदा है, इत्थे ज्यादा देर रुकना ठीक नहीं है। गड्डी विच बैठण लगे ही सी कि वो रीना बारे पुछण लगे। मैं चुप रही, पर किन्नी क देर। आखिरकार हौसला करके उन्हां नूं सारी गल दस दित्ती। मेरी गल सुन के वो गुस्से नाल पागल हो गई। मैनू बहुत बुरा भला कहा ते बहुत गुस्सा किया। फिर अपना सर फड़ के बैठ गए। मैनू बहुत पछतावा हो रहा सी कि मैं एक ही कर दिता। डरदे डरदे मैं कहा कि सानू थाने चलना चाहिए है, भावें बदनामी होएगी पर साडी बेटी तो वापस आ जाएगी। पति बोले कि अजिहा करना ठीक नहीं होएगा, मैं पहला खुद उत्थे जावांगा। पर मामला यह सी कि रवि नूं उस थां दा पता नहीं सी जो मैं देखी सी। पर मेरी हैरानी उदों होर वध गई जद रवि ने कहा कि मैं जानदा हां वो लीला बाई दे मशहूर बाजार विच किस कोल गई है ते ਇਹ भी जानदा हाँ कि क्यों गई है। ये सुन के मेरा दिमाग फट रहा सी। मैनू कुछ समझ नहीं आ रहा सी कि बाप बेटी विचाले एक ही चल रहा है। रवि ने मैनू घर छड्डिया ते खुद रीना नूं लैण चले गई। मैं सोचण लगी कि आखिर लीला बाई दे कोठे विच अजिहा की है कि बेटी भी उत्थे चली गई ते बाप नूं भी उस ठिकाने दा पता है। दिल विच बहुत सारे सवाल आ रहे सन। ये भी ख्याल आया कि शायद रीना रवि दी सकी बेटी ना होवे। रात दे 10 बजे दरवाजे ते कोई आया। मैं दरवाजा खोलिया तां देखिया कि सामने रीना ते रवि खड़े सन ते उन्हां नाल एक अधेड़ उम्र दी औरत भी खड़ी सी, तकरीबन 40 साल दी। पर उसदे चेहरे ते बहुत झुरियां सन। वो बहुत उदास ते बीमार लग रही सी। कुछ ना समझदे होए भी मैं उन्हां नूं अंदर आउण लई कहा। रवि अपने कमरे विच चला गया जदकि रीना उस औरत नाल दूजे कमरे विच चली गई।
ਮੈਂ ਉਹਨਾਂ ਦੋਹਾਂ ਦੀਆਂ ਗੱਲਾਂ ਸੁਣਨ ਲਈ ਉਹਨਾਂ ਦੇ ਪਿੱਛੇ ਪਿੱਛੇ ਗਈ ਤਾਂ ਦੋਵੇਂ ਇੱਕ ਦੂਜੇ ਨੂੰ ਲਿਪਟ ਕੇ ਰੋ ਰਹੀ ਸੀ। ਲੱਗ ਰਿਹਾ ਸੀ ਕਿ ਦੋਨੇ ਇੱਕ ਦੂਜੇ ਨੂੰ ਕਾਫੀ ਚੰਗੀ ਤਰ੍ਹਾਂ ਜਾਣਦੇ ਹੋਣ। ਰਵੀ ਵੀ ਮੇਰੇ ਨਾਲ ਨਾਰਾਜ਼ ਸਨ। ਉਹਨਾਂ ਨੇ ਮੇਰੇ ਨਾਲ ਜਰਾ ਵੀ ਗੱਲ ਨਹੀਂ ਕੀਤੀ ਤੇ ਸੌਂ ਗਏ। ਸਵੇਰੇ ਉੱਠੇ ਤਾਂ ਬਿਨਾਂ ਨਾਸ਼ਤਾ ਕੀਤੇ ਹੀ ਆਫਿਸ ਚਲੇ ਗਏ, ਜਦਕਿ ਰੀਨਾ ਨਾਸ਼ਤਾ ਬਣਾਉਣ ਲੱਗੀ ਤੇ ਕਿਸੇ ਵਜ੍ਹਾ ਨਾਲ ਜਲਦੀ ਵਿੱਚ ਲੱਗ ਰਹੀ ਸੀ। ਰੀਨਾ ਬੋਲੀ, ਮੈਨੂੰ ਹੁਣੇ ਨਾਸ਼ਤਾ ਬਣਾਉਣਾ ਹੈ, ਜਰਾ ਜਲਦੀ ਮੇਰਾ ਹੱਥ ਵਟਾ ਦਿਓ, ਉਹਨਾਂ ਦੀ ਹਾਲਤ ਸਹੀ ਨਹੀਂ ਹੈ। ਮੈਂ ਬੋਲੀ, ਕਿਸ ਦੀ ਹਾਲਤ ਸਹੀ ਨਹੀਂ ਹੈ? ਹੁਣ ਛੇਤੀ ਕਰੋ, ਜ਼ਿਆਦਾ ਗੱਲ ਨਾ ਕਰੋ। ਰੀਨਾ ਨੇ ਉਸ ਦੇ ਲਈ ਚਾਹ ਬਣਾਈ ਤੇ ਚਾਹ ਲੈ ਕੇ ਰਸੋਈ ਤੋਂ ਚਲੀ ਗਈ। ਫਿਰ ਭੱਜਦੇ ਹੋਏ ਆਈ ਤੇ ਪਾਣੀ ਦਾ ਗਿਲਾਸ ਵੀ ਲੈ ਕੇ ਗਈ। ਉਸ ਨੂੰ ਹਾਲੇ 2 ਮਿੰਟ ਹੀ ਹੋਏ ਸਨ ਕਿ ਉਸ ਦੇ ਕਮਰੇ ਵਿੱਚੋਂ ਚੀਕਣ ਦੀ ਆਵਾਜ਼ ਆਈ। ਮੈਂ ਭੱਜਦੇ ਹੋਏ ਉਸ ਦੇ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਰੀਨਾ ਉਸ ਔਰਤ ਦੇ ਸੀਨੇ ਤੇ ਸਿਰ ਰੱਖ ਕੇ ਰੋ ਰਹੀ ਸੀ, ਜਦਕਿ ਉਸ ਔਰਤ ਦਾ ਸਿਰ ਇੱਕ ਪਾਸੇ ਲੁੜਕਿਆ ਹੋਇਆ ਸੀ ਤੇ ਉਸ ਦੀਆਂ ਅੱਖਾਂ ਪੱਥਰ ਹੋ ਗਈਆਂ ਸਨ, ਯਾਨੀ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਸੀ। ਮੈਂ ਰੀਨਾ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਤੇ ਰਵੀ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੱਤਾ। ਉਸਨੇ ਮੈਨੂੰ ਗੁੱਸੇ ਨਾਲ ਕਿਹਾ ਕਿ ਮੈਂ ਕਿਸੇ ਨਾਲ ਇਸ ਬਾਰੇ ਵਿੱਚ ਗੱਲ ਨਾ ਕਰਾਂ ਤੇ ਨਾ ਹੀ ਰੀਨਾ ਨੂੰ ਚਿੱਕਣ ਚਿਲਾਉਣ ਦਿਆਂ। ਮੈਨੂੰ ਹੈਰਾਨੀ ਹੋਈ ਕਿ ਰਵੀ ਉਸ ਔਰਤ ਦੀ ਮੌਤ ਬਾਰੇ ਸੁਣ ਕੇ ਵੀ ਨਾਰਮਲ ਹੈ। ਮੈਂ ਰੀਨਾ ਨੂੰ ਵੀ ਨਾਰਮਲ ਲੈਣ ਲਈ ਕਿਹਾ। ਥੋੜੀ ਦੇਰ ਬਾਅਦ ਰਵੀ ਵੀ ਆ ਗਏ। ਉਹਨਾਂ ਨਾਲ 2-3 ਲੋਕ ਹੋਰ ਵੀ ਸਨ। ਉਹਨਾਂ ਨੇ ਉਸ ਔਰਤ ਨੂੰ ਚੁੱਕਿਆ। ਰਵੀ ਉਸ ਔਰਤ ਨੂੰ ਆਪਣੀ ਗੱਡੀ ਵਿੱਚ ਪਾ ਕੇ ਪਤਾ ਨਹੀਂ ਕਿੱਥੇ ਲੈ ਗਏ। ਰਵੀ ਨੇ ਰੀਨਾ ਨੂੰ ਉਸ ਕਮਰੇ ਵਿੱਚ ਫਿਰ ਤੋਂ ਬੰਦ ਕਰ ਦਿੱਤਾ। ਮੈਨੂੰ ਰੀਨਾ ਤੇ ਬਹੁਤ ਤਰਸ ਆ ਰਿਹਾ ਸੀ। ਲੱਗਦਾ ਸੀ ਕਿ ਉਸ ਔਰਤ ਦਾ ਰੀਨਾ ਨਾਲ ਬਹੁਤ ਗੂੜਾ ਰਿਸ਼ਤਾ ਹੈ। ਹੁਣ ਮੇਰੀ ਵੀ ਹਾਲਤ ਉਸ ਨੂੰ ਦੇਖ ਕੇ ਬਹੁਤ ਬੁਰੀ ਹੋ ਰਹੀ ਸੀ, ਕਿਉਂਕਿ ਇਹ ਦੋਵੇਂ ਵੀ ਮੇਰੇ ਕੋਲੋਂ ਆਪਣੀਆਂ ਗੱਲਾਂ ਛੁਪਾ ਰਹੇ ਸਨ। 3 ਦਿਨ ਤੋਂ ਘਰ ਵਿੱਚ ਅਜੀਬ ਜਿਹੀ ਮਾਯੂਸੀ ਛਾਈ ਹੋਈ ਸੀ। ਥੋੜੀ ਦੇਰ ਬਾਅਦ ਰੀਨਾ ਦਾ ਦਰਵਾਜ਼ਾ ਖੁੱਲਿਆ। ਉਹ ਮੇਰੇ ਨਾਲ ਲਿਪਟ ਕੇ ਫੁੱਟ-ਫੁੱਟ ਕੇ ਰੋਣ ਲੱਗੀ। ਮੇਰੀ ਬੱਚੀ, ਕੀ ਹੋਇਆ? ਤੂੰ ਤੇ ਰਵੀ ਮੈਨੂੰ ਕੁਝ ਦੱਸਦੇ ਵੀ ਨਹੀਂ। ਦੱਸੋ ਤਾਂ ਸਹੀ ਕਿ ਉਹ ਔਰਤ ਕੌਣ ਸੀ? ਤਾਂ ਰੀਨਾ ਨੇ ਮੈਨੂੰ ਰੋਂਦੇ ਹੋਏ ਦੱਸਿਆ ਕਿ ਉਸ ਔਰਤ ਦਾ ਉਸ ਨਾਲ ਬਹੁਤ ਗੂੜਾ ਰਿਸ਼ਤਾ ਸੀ। ਉਹ ਕੋਈ ਹੋਰ ਨਹੀਂ ਬਲਕਿ ਮੇਰੀ ਸੱਕੀ ਮਾਂ ਸੀ। ਇਹ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਪਰ ਰਵੀ ਨੇ ਤਾਂ ਮੈਨੂੰ ਕਿਹਾ ਸੀ ਕਿ ਉਸ ਦੀ ਪਹਿਲੀ ਪਤਨੀ ਮਰ ਚੁੱਕੀ ਹੈ। ਇਸ ਗੱਲ ਨਾਲ ਮੇਰੇ ਦਿਲ ਨੂੰ ਬਹੁਤ ਸਦਮਾ ਲੱਗਿਆ। ਰਵੀ ਨੇ ਮੈਨੂੰ ਝੂਠ ਕਿਉਂ ਕਿਹਾ? ਪਰ ਉਸ ਸਮੇਂ ਰੀਨਾ ਨੂੰ ਤਸੱਲੀ ਦੇਣਾ ਜ਼ਿਆਦਾ ਜ਼ਰੂਰੀ ਸੀ। ਸ਼ਾਮ ਤੱਕ ਉਹ ਕੁਝ ਸੰਭਲ ਗਈ, ਪਰ ਰੋ ਰੋ ਕੇ ਉਸ ਦੀਆਂ ਅੱਖਾਂ ਥੱਲੇ ਹਲਕੇ ਕਾਲੇ ਨਿਸ਼ਾਨ ਪੈ ਗਏ ਸਨ। ਰਵੀ ਆਏ ਤਾਂ ਮੈਂ ਗੁੱਸੇ ਵਿੱਚ ਉਹਨਾਂ ਦੇ ਗਲ ਪੈ ਗਈ ਤੇ ਕਿਹਾ, ਤੁਸੀਂ ਮੈਥੋਂ ਇੰਨਾ ਵੱਡਾ ਰਾਜ਼ ਕਿਉਂ ਛੁਪਾਇਆ? ਬੋਲੇ, ਮੈਂ ਛੁਪਾਉਣਾ ਨਹੀਂ ਚਾਹੁੰਦਾ ਸੀ, ਪਰ ਸਮੱਸਿਆ ਹੀ ਕੁਝ ਅਜਿਹੀ ਸੀ। ਮੈਂ ਉਸ ਔਰਤ ਨੂੰ ਬਹੁਤ ਨਫ਼ਰਤ ਕਰਦਾ ਹਾਂ ਜਿਸ ਨੇ ਆਪਣੀ ਬੇਟੀ ਬਾਰੇ ਵੀ ਕੁਝ ਨਹੀਂ ਸੋਚਿਆ ਤੇ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਵਾਪਸ ਆਪਣੇ ਕੋਠੇ ਤੇ ਚਲੀ ਗਈ। ਤੂੰ ਜਾਣਦੀ ਹੈ, ਮੇਰੀ ਪਹਿਲੀ ਪਤਨੀ ਬੇਸਵਾ ਸੀ। ਮੈਂ ਪੂਰੇ ਮਾਨ ਸਨਮਾਨ, ਪੂਰੀ ਇੱਜ਼ਤ ਨਾਲ ਉਸ ਨੂੰ ਆਪਣੇ ਘਰ ਵਿਆਹ ਕੇ ਲਿਆਇਆ ਸੀ। ਮੈਂ ਉਸ ਔਰਤ ਨੂੰ ਇੰਨੀ ਇੱਜ਼ਤ ਦਿੱਤੀ ਤੇ ਉਸ ਨੂੰ ਇੰਨਾ ਪਿਆਰ ਦਿੱਤਾ। ਮੈਂ ਦੁਨੀਆ ਭਰ ਦੀ ਦੌਲਤ ਉਸ ਦੇ ਪੈਰਾਂ ਵਿੱਚ ਰੱਖ ਦਿੱਤੀ, ਪਰ ਫਿਰ ਵੀ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਈ। ਮੈਂ ਉਸ ਨੂੰ ਇਸ ਸਮਾਜ ਤੇ ਦੁਨੀਆ ਵਿੱਚ ਰਹਿਣ ਦਾ, ਜੀਣ ਦਾ ਮੌਕਾ ਦਿੱਤਾ, ਗੰਦੀਆਂ ਗਾਲੀਆਂ ਤੋਂ ਬਚਾਇਆ, ਉਸ ਨੂੰ ਵਿਆਹ ਕੇ ਆਪਣੇ ਘਰ ਲਿਆਇਆ, ਆਪਣੀ ਪਤਨੀ ਬਣਾ ਲਿਆ। ਉਸ ਤੋਂ ਹੀ ਮੇਰੀ ਇੰਨੀ ਪਿਆਰੀ ਬੇਟੀ ਵੀ ਪੈਦਾ ਹੋਈ। ਪਰ ਉਹ ਬੜੀ ਕਮਬਖਤ ਔਰਤ ਨਿਕਲੀ। ਆਪਣੀ ਬੇਟੀ ਦਾ ਵੀ ਖਿਆਲ ਨਹੀਂ ਕੀਤਾ, ਬਲਕਿ ਉਸਨੇ ਉਸ ਨੂੰ ਵੀ ਹਵਸ ਦੇ ਦਲਦਲ ਵਿੱਚ ਫਸਾਉਣਾ ਚਾਹਿਆ। ਮੇਰੀ ਬੇਟੀ ਮਾਂ ਨੂੰ ਯਾਦ ਕਰਦੀ ਰਹੀ, ਪਰ ਉਹ ਉਸ ਦੀ ਤਰ੍ਹਾਂ ਨਹੀਂ ਬਣਨਾ ਚਾਹੁੰਦੀ ਸੀ। ਆਪਣੀ ਮਾਂ ਨੂੰ ਆਪਣੇ ਘਰ ਲਿਆਉਣਾ ਚਾਹੁੰਦੀ ਸੀ। ਉਹ ਹਮੇਸ਼ਾ ਆਪਣੀ ਮਾਂ ਦੀ ਖੋਜ ਵਿੱਚ ਲੱਗੀ ਰਹਿੰਦੀ। ਰੱਬ ਜਾਣੇ ਕਿਸ ਕਮਬਖਤ ਨੌਕਰ ਨੇ ਉਸ ਨੂੰ ਦੱਸ ਦਿੱਤਾ ਕਿ ਉਸ ਦੀ ਮਾਂ ਇੱਕ ਬਾਜ਼ਾਰੂ ਔਰਤ ਹੈ ਤੇ ਉਹ ਕੋਠੇ ਤੇ ਰਹਿੰਦੀ ਹੈ। ਮੇਰੀ ਬੇਟੀ ਉਸ ਆਦਮੀ ਦੀਆਂ ਮਿੰਨਤਾਂ ਕਰਨ ਲੱਗੀ ਤੇ ਉਸ ਦੇ ਜ਼ਰੀਏ ਆਪਣੀ ਮਾਂ ਤੱਕ ਪਹੁੰਚ ਗਈ। ਰੱਬ ਦੀ ਕਿਰਪਾ ਹੋਈ ਕਿ ਤੂੰ ਦੱਸ ਦਿੱਤਾ। ਜਦ ਮੈਂ ਪਹੁੰਚਿਆ ਤਾਂ ਰੀਨਾ ਆਪਣੀ ਮਾਂ ਨੂੰ ਮਿਲ ਕੇ ਰੋ ਰਹੀ ਸੀ। ਮੈਂ ਉਸ ਨੂੰ ਜ਼ਬਰਦਸਤੀ ਉੱਥੋਂ ਲੈ ਆਇਆ, ਪਰ ਉਹ ਉੱਥੋਂ ਆਉਣ ਲਈ ਤਿਆਰ ਹੀ ਨਹੀਂ ਸੀ। ਤਾਂ ਰੀਨਾ ਉਸ ਕਮਬਖਤ ਔਰਤ ਨੂੰ ਵੀ ਨਾਲ ਲੈ ਆਈ, ਜਿਸ ਨੇ ਸਾਨੂੰ ਦੋਹਾਂ ਬਾਪ ਬੇਟੀ ਨੂੰ ਬਰਬਾਦ ਕਰ ਦਿੱਤਾ ਸੀ। ਮੈਂ ਸਮਝਦਾ ਹਾਂ ਕਿ
ਉਸ ਔਰਤ ਦੀ ਇਹੀ ਸਜ਼ਾ ਸੀ। ਨਾ ਜਾਣੇ ਉਹ ਕਿਸ ਬਿਮਾਰੀ ਦਾ ਸ਼ਿਕਾਰ ਹੋ ਗਈ। ਇੱਕ ਦਿਨ ਵਿੱਚ ਹੀ ਉਸ ਦੀ ਮੌਤ ਵੀ ਹੋ ਗਈ। ਹੁਣ ਮੈਂ ਰੀਨਾ ਦੇ ਮੂੰਹ ਤੋਂ ਉਸ ਔਰਤ ਦਾ ਨਾਂ ਕਦੇ ਵੀ ਨਹੀਂ ਸੁਣਨਾ ਚਾਹੁੰਦਾ ਤੇ ਇਹ ਜ਼ਿੰਮੇਵਾਰੀ ਤੇਰੀ ਹੈ। ਰਵੀ ਨੇ ਇਹ ਕਹਿ ਕੇ ਮੇਰੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਸੀ। ਉਸ ਦੇ ਦਿਲ ਵਿੱਚ ਆਪਣੀ ਮਾਂ ਲਈ ਮੁਹੱਬਤ ਸੀ। ਉਹ ਮੈਨੂੰ ਆਪਣਾ ਦੁਸ਼ਮਣ ਸਮਝਦੀ ਸੀ, ਪਰ ਮੈਂ ਉਸ ਲਈ ਦਿਨ ਰਾਤ ਪਰੇਸ਼ਾਨ ਹੋ ਕੇ ਉਸ ਲਈ ਰੱਬ ਤੋਂ ਦੁਆ ਕਰਦੀ ਸੀ। ਮੈਂ ਅੱਜ ਵੀ ਉਸੇ ਕਸਮ ਵਿੱਚ ਹਾਂ ਕਿ ਮੈਂ ਆਪਣੀ ਬੇਟੀ ਦੇ ਦਿਲ ਵਿੱਚ ਆਪਣੀ ਜਗ੍ਹਾ ਕਿਵੇਂ ਬਣਾਵਾਂ। ਹੁਣ ਤੁਸੀਂ ਹੀ ਦੱਸੋ, ਮੈਨੂੰ ਆਪਣੀ ਬੇਟੀ ਲਈ ਕੀ ਕਰਨਾ ਚਾਹੀਦਾ ਹੈ।